ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਮਨਿੰਦਰ ਹੈ ਐਂਡ ਆਈ ਐਮ ਪੰਜਾਬ ਪੀਸੀਐਸ ਰੈਂਕ ਹੋਲਡਰ। ਤੇ ਅੱਜ ਮਾਰਨਿੰਗ ਦੇ ਵਿੱਚ ਇੱਕ ਬਹੁਤ ਹੀ ਅੱਛੀ ਖਬਰ ਆ ਰਹੀ ਸੀ, ਤਾਂ ਮੈਨੂੰ ਲੱਗਿਆ ਕਿ ਆਈ ਸ਼ੁਡ ਮੇਕ ਅ ਸਮਾਲ ਵੀਡੀਓ ਔਨ ਦੈਟ। ਐਂਡ ਇਹ ਖਬਰ ਹੈ ਕਿ ਪੰਜਾਬ ਪੁਲਿਸ ਦੀ ਰਿਕਰੂਟਮੈਂਟ ਨੋਟੀਫਿਕੇਸ਼ਨ ਆਊਟ ਹੋ ਚੁੱਕੀ ਹੈ। ਜਿਵੇਂ ਭਗਵੰਤ ਮਾਨ ਜੀ ਨੇ ਹੁਣੇ 26 ਜਨਵਰੀ ਨੂੰ ਵੀ ਬਠਿੰਡਾ ਦੇ ਵਿੱਚ ਇਹ ਡਿਕਲੇਅਰ ਕੀਤਾ ਸੀਗਾ ਕਿ ਅਸੀਂ ਹਰ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਆਊਟ ਕਰਕੇ ਦਸੰਬਰ ਤੱਕ ਅਸੀਂ ਪੂਰਾ ਪ੍ਰੋਸੈਸ ਕੰਪਲੀਟ ਕਰਦਿਆ ਕਰਾਂਗੇ ਪੰਜਾਬ ਪੁਲਿਸ ਦਾ। ਤੋ ਉਸ ਕੰਟੈਕਸਟ ਦੇ ਵਿੱਚ ਅੱਜ ਪੰਜਾਬ ਗਵਰਨਮੈਂਟ ਦੀ ਅਫੀਸ਼ੀਅਲ ਜਿਹੜੀ ਪੰਜਾਬ ਪੁਲਿਸ ਦੀ ਵੈਬਸਾਈਟ ਹੈ ਉਹਦੇ ਉੱਪਰ ਇਹ ਨੋਟੀਫਿਕੇਸ਼ਨ ਆਊਟ ਹੋ ਚੁੱਕੀ ਹੈ। ਤੋ ਇਹ ਅੱਛੀ ਖਬਰ ਆ ਰਹੀ ਹੈ ਆਪਣੇ ਯੂਥ ਲਈ, ਆਪਣੇ ਸਟੂਡੈਂਟਸ ਲਈ, ਜਿਹੜੇ ਪੰਜਾਬ ਪੁਲਿਸ ਦੇ ਵਿੱਚ ਰਿਕਰੂਟਮੈਂਟ ਲਈ ਐਕਸਪੈਕਟੇਸ਼ਨ ਲਗਾ ਕੇ ਬੈਠੇ ਸੀਗੇ ਕਿ ਕਦੋਂ ਪੋਸਟਾਂ ਆਉਣਗੀਆਂ। ਐਂਡ ਇਹ ਅੱਜ ਆ ਚੁੱਕੀ ਹੈ। ਇਹਦੇ ਬਾਰੇ ਆਪਾਂ ਹੁਣ ਡਿਟੇਲ 'ਚ ਜੋ ਹੈ ਡਿਸਕਸ਼ਨ ਕਰਦੇ ਹਾਂ ਇਸ ਪਾਰਟਿਕੂਲਰ ਪ੍ਰੈਜੈਂਟੇਸ਼ਨ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ। ਤੋ ਮੈਂ ਤੁਹਾਨੂੰ ਸਭ ਨੂੰ ਰਿਕੁਐਸਟ ਕਰੂੰਗਾ ਕਿ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਐਂਡ ਮੈਕਸਿਮਮ ਸਟੂਡੈਂਟਸ ਨੂੰ ਥੋੜਾ ਜਿਹਾ ਆਈਡੀਆ ਹੋ ਜੇ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਕੀ ਹੈਗਾ ਐਂਡ ਇਸ ਦਾ ਪ੍ਰੋਸੈਸ ਕੀ ਹੋਏਗਾ, ਕੀ ਪੇਪਰ ਹੋਣਗੇ, ਕਿਵੇਂ ਪੇਪਰ ਲਿੱਤੇ ਜਾਣਗੇ, ਪੇਪਰਾਂ ਦਾ ਕੀ ਸਿਸਟਮ ਬਣੂਗਾ, ਕਦੋਂ ਸਿਲੈਕਸ਼ਨ ਹੋਊਗੀ, ਕਦੋਂ ਫਾਰਮ ਭਰਨੇ ਹੈ। ਤੋ ਜੋ ਵੀ ਇਨਫੋਰਮੇਸ਼ਨ, ਜਨਰਲ ਜੀ ਇਨਫੋਰਮੇਸ਼ਨ ਹੈ ਪੰਜਾਬ ਪੁਲਿਸ ਦੇ ਰਿਗਾਰਡਿੰਗ, ਉਹਦੇ ਬਾਰੇ ਆਪਾਂ ਜੋ ਹੈ ਅੱਜ ਇਸ ਪਾਰਟਿਕੂਲਰ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਤਾਂ ਚਲੋ ਸਟਾਰਟ ਕਰਦੇ ਹਾਂ ਆਪਾਂ। ਦੇਖੋ, ਸਭ ਤੋਂ ਪਹਿਲਾਂ ਆਪਣੇ ਜਿਹੜੇ ਡੀਜੀਪੀ ਸਾਹਿਬ ਹੈ ਗੌਰਵ ਯਾਦਵ ਜੀ, ਇਹਨਾਂ ਨੇ ਅੱਜ ਤੋਂ ਕੋਈ 3-4 5-6 ਮਹੀਨੇ ਪਹਿਲਾਂ ਇਹ ਗੱਲ ਪਬਲਿਕਲੀ ਕਹੀ ਸੀਗੀ ਕਿ ਅਸੀਂ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਪੋਸਟਾਂ ਕੱਢਿਆ ਕਰਾਂਗੇ ਜਿਹਦੇ ਨਾਲ ਯੂਥ ਜਿਹੜਾ ਹੈਗਾ ਉਹ ਗਲਤ ਕੰਮਾਂ 'ਚ ਨਹੀਂ ਪਊਗਾ ਐਂਡ ਪੰਜਾਬ ਸਰਕਾਰ ਤੇ ਪੰਜਾਬ ਨੂੰ ਬਹਾਲ ਕਰਨ ਵਿੱਚ ਕਾਮਯਾਬੀ ਕਰੇਗਾ, ਹੈ ਨਾ। ਐਂਡ ਨਾਲ ਨਾਲ ਇਹ ਵੀ ਗੱਲ ਕਹੀ ਸੀ ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਨ ਆਰਡਰ ਟੂ ਅਰੈਸਟ ਕਿ ਬ੍ਰੇਨ ਡਰੇਨ ਜਿਹੜਾ ਆਪਣੇ ਪੰਜਾਬ ਦਾ ਹੋ ਰਿਹਾ ਹੈ ਉਹਨੂੰ ਕਿਵੇਂ ਨਾ ਕਿਵੇਂ ਰੋਕਿਆ ਜਾਵੇ। ਤੋ ਇਹ ਜਿਹੜੀਆਂ ਪੋਜੀਸ਼ਨਸ ਹੁਣ ਆਈਆਂ ਹੈਗੀਆਂ, ਪੋਜੀਸ਼ਨਸ ਆਪਣੇ ਕੋਲੇ ਸਬ ਇੰਸਪੈਕਟਰ ਤੇ ਕਾਂਸਟੇਬਲ ਦੀਆਂ ਅਲੱਗ-ਅਲੱਗ ਪੋਸਟਾਂ ਆਈਆਂ। ਜਿਵੇਂ ਤੁਸੀਂ ਅਗਰ ਦੇਖੋ ਤਾਂ ਕੋਈ 350 ਦੇ ਅਰਾਊਂਡ ਪੋਸਟਾਂ ਸਬ ਇੰਸਪੈਕਟਰ ਦੀਆਂ ਆਈਆਂ ਐਂਡ ਕੋਈ 1800 ਦੇ ਅਰਾਊਂਡ ਪੋਸਟਾਂ ਕਾਂਸਟੇਬਲ ਦੀਆਂ ਜਿਹੜੀਆਂ ਹੈ ਇਸ ਪਾਰਟਿਕੂਲਰ ਨੋਟੀਫਿਕੇਸ਼ਨ ਦੇ ਵਿੱਚ ਰਿਲੀਜ਼ ਕੀਤੀਆਂ ਗਈਆਂ। ਤੋ ਅਗਰ ਮੈਂ ਤੁਹਾਨੂੰ ਇਸ ਪਾਰਟਿਕੂਲਰ ਨੋਟੀਫਿਕੇਸ਼ਨ ਬਾਰੇ ਦੱਸਾਂ ਤਾਂ ਦੇਖੋ, ਇਹ ਆਨਲਾਈਨ ਜਿਹੜੇ ਫਾਰਮ ਹੋਣਗੇ ਨਾ, ਹਲੇ ਤਾਂ ਸਿਰਫ ਨੋਟੀਫਿਕੇਸ਼ਨ ਆਈ ਹੈ, ਲੇਕਿਨ ਹਲੇ ਤੱਕ ਕੋਈ ਆਨਲਾਈਨ ਐਪਲੀਕੇਸ਼ਨ ਦੇ ਜਿਹੜੇ ਹੈ ਡੇਟਸ ਨਹੀਂ ਆਈਆਂ। ਤਾਂ ਉਹ ਕਹਿ ਰਹੇ ਹੈ ਕਿ ਫੈਬਰਰੀ 7 2023 ਨੂੰ ਜਿਹੜਾ ਹੈ ਓਪਨਿੰਗ ਡੇਟ ਹੋਏਗੀ, ਮਤਲਬ ਇਦਨ ਯਾਨੀ ਕਿ ਅੱਜ ਤੋਂ ਆਲਮੋਸਟ ਹਫਤਾ ਬਾਅਦ ਤੁਸੀਂ ਲਗਾ ਕੇ ਚੱਲੋ ਕਿ 7 ਡੇਜ਼ ਆਫਟਰ ਟੁਡੇ ਓਪਨਿੰਗ ਹੋ ਜੂਗੀ। ਮਤਲਬ ਨੋਟੀਫਿਕੇਸ਼ਨ ਦੇ ਵਿੱਚ ਇੱਕ ਅਲੱਗ ਤੋਂ ਸੈਕਸ਼ਨ ਬਣ ਜਾਊਗਾ ਜਿੱਥੇ ਤੁਸੀਂ ਕਲਿੱਕ ਕਰਕੇ ਫਾਰਮ ਨੂੰ ਭਰ ਸਕਦੇ ਹੋ। ਐਂਡ ਜਿਹੜੀ ਕਲੋਜ਼ਿੰਗ ਡੇਟ ਹੈਗੀ ਹੈ ਉਹ 28 ਫੈਬਰਰੀ ਹੈ, ਯਾਨੀ ਕਿ ਤੁਹਾਡੇ ਕੋਲੇ ਤਕਰੀਬਨ 21 ਦਿਨ ਹੈਗੇ ਫਾਰਮ ਭਰਨ ਲਈ। ਤਾਂ ਤੁਸੀਂ 7 ਫਰਵਰੀ ਤੋਂ 28 ਫਰਵਰੀ ਦੇ ਵਿੱਚ ਇਹ ਫਾਰਮ ਜਿਹੜੇ ਆ ਭਰ ਸਕਦੇ ਹੋ। ਤਾਂ ਪਲੀਜ਼ ਤੁਸੀਂ ਇਹਨਾਂ ਫਾਰਮਸ ਨੂੰ ਇਹਨਾਂ 21 ਦਿਨਾਂ ਦੇ ਅੰਦਰ ਅੰਦਰ ਹੀ ਜੋ ਹੈ ਫਿਲ ਕਰਨਾ ਹੈ। ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਤਾਂ ਸਬ ਇੰਸਪੈਕਟਰ ਦੀ ਪੋਸਟਾਂ ਦੀ ਜਦੋਂ ਮੈਂ ਗੱਲ ਕਰਦਾ ਹਾਂ ਤਾਂ ਸਬ ਇੰਸਪੈਕਟਰ ਦੀ ਪੋਸਟਾਂ ਦੇ ਵਿੱਚ ਵੀ ਦੋ ਅਲੱਗ-ਅਲੱਗ ਡਿਵੀਜ਼ਨ 'ਚ ਪੋਸਟਾਂ ਆਈਆਂ। ਇੱਕ ਡਿਸਟ੍ਰਿਕਟ ਪੁਲਿਸ ਦੀ ਪੋਸਟ ਅਲੱਗ ਆਈ ਹੈ, ਡਿਸਟ੍ਰਿਕਟ ਪੁਲਿਸ ਦੀ ਪੋਸਟ ਅਲੱਗ ਆਈ ਹੈ ਐਂਡ ਇੱਕ ਆਮ ਪੁਲਿਸ ਕਾਡਰ ਦੀ ਪੋਸਟ ਅਲੱਗ ਆਈ ਹੈ। ਤਾਂ ਇਹ ਦੋ ਡਿਫਰੈਂਟ ਕਾਡਰਸ ਦੇ ਵਿੱਚ ਇਹ ਪੋਸਟਾਂ ਜਿਹੜੀਆਂ ਹੈ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਡਿਸਟ੍ਰਿਕਟ ਦੀ ਅਲੱਗ ਤੇ ਆਰਮਡ ਪੁਲਿਸ ਦੀ ਅਲੱਗ ਆਈ ਹੈ। ਸੋ ਡਿਸਟ੍ਰਿਕਟ ਦੀ ਅਲੱਗ ਆਈ ਹੈ ਤੇ ਆਰਮਡ ਪੁਲਿਸ ਦੀ ਅਲੱਗ ਆਈ ਹੈ। ਹੁਣ ਅਗਰ ਮੈਂ ਡਿਸਟ੍ਰਿਕਟ ਪੋਸਟ ਦੀ ਗੱਲ ਕਰਦਾ ਯਾਨੀ ਕਿ ਡਿਸਟ੍ਰਿਕਟ ਕਾਡਰ ਦੀ ਗੱਲ ਕਰਦਾ ਤਾਂ ਉਹਦੇ ਵਿੱਚ ਮੇਰੇ ਕੋਲੇ ਟੋਟਲ 144 ਪੋਸਟਾਂ ਦੇਖਣ ਨੂੰ ਮਿਲਦੀਆਂ ਪਈਆਂ, ਜਿਹਦੇ ਵਿੱਚੋਂ ਆਲਮੋਸਟ ਤੁਸੀਂ ਲਗਾ ਕੇ ਚੱਲੋ ਕਿ 1/3 ਆਫ ਦਾ ਪੋਸਟਾਂ ਮਤਲਬ 49 ਦੇ ਅਰਾਊਂਡ ਜਿਹੜੀਆਂ ਪੋਸਟਾਂ ਹੈਗੀਆਂ ਇਹ ਵਿਮਨ ਲਈ ਰਿਜ਼ਰਵਡ ਹੈਗੀਆਂ, ਔਰਤਾਂ ਲਈ ਇਹ ਪੋਸਟਾਂ ਰਿਜ਼ਰਵ ਹੈਗੀਆਂ। ਐਂਡ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਬਾਕੀ ਕੈਟਾਗਰੀਜ਼ ਵੀ ਇਹਨਾਂ ਨੇ ਦੇ ਰੱਖੇ ਹੈ ਕਿ ਜਿਨ੍ਹਾਂ ਲਈ ਇਹ ਪੋਸਟਾਂ ਜਿਹੜੀਆਂ ਹੈ ਰਿਜ਼ਰਵ ਹੋਣਗੀਆਂ। ਹੁਣ ਇਹਦੇ ਵਿੱਚ ਜਨਰਲ ਕੈਟਾਗਰੀ ਦੀਆਂ ਅਗਰ ਆਪਾਂ ਪੋਸਟਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਕੋਈ 62 ਇਦਾਂ ਦੀਆਂ ਪੋਸਟਾਂ ਜਿਹੜੀਆਂ ਹੈ ਜਨਰਲ ਕੈਟਾਗਰੀ ਦੀਆਂ ਦੇਖਣ ਨੂੰ ਮਿਲਦੀਆਂ ਹੈ। ਸੋ 62 ਪੋਸਟਾਂ ਜਨਰਲ ਕੈਟਾਗਰੀ ਦੀਆਂ ਦੇਖਣ ਨੂੰ ਮਿਲਦੀਆਂ ਹੈ ਆਪਾਂ ਨੂੰ। ਐਂਡ ਨਾਲ ਨਾਲ ਅਗਰ ਆਪਾਂ ਦੇਖੀਏ ਤਾਂ ਆਪਣੇ ਕੋਲੇ ਫਰੀडम ਫਾਈਟਰ ਦੇ ਅਵਾਰਡਸ ਦੀ ਜਿਹੜੀ ਹੈਗੀ ਹੈ ਉਹ ਵੀ ਇੱਕ ਪੋਸਟ ਹੈ। ਐਂਡ ਜਿਹੜੇ ਪੁਲਿਸ ਪਰਸੋਨਲ ਹੈ ਆਲਰੇਡੀ ਜਿਹੜੇ ਪੁਲਿਸ ਡਿਪਾਰਟਮੈਂਟ 'ਚ ਕੰਮ ਕਰ ਰਹੇ ਆ ਉਹਨਾਂ ਦੇ ਬੱਚਿਆਂ ਨੂੰ ਵੀ ਰਿਜ਼ਰਵੇਸ਼ਨ ਜਿਹੜੀ ਹੈ ਦਿੱਤੀ ਗਈ ਹੈ। ਸੋ ਦੈਟ ਇਜ਼ ਅ ਵੈਰੀ ਗੁੱਡ ਥਿੰਗ। ਇਸ ਤੋਂ ਇਲਾਵਾ ਅਗਰ ਆਪਾਂ ਆਰਮਡ ਪੁਲਿਸ ਕੁਆਡਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਕੋਈ ਇੰਨੀਆਂ ਹੀ ਪੋਸਟਾਂ ਦੇਖਣ ਨੂੰ ਮਿਲ ਰਹੀਆਂ 144। ਐਂਡ ਇਸ ਤੋਂ ਇਲਾਵਾ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਆਪਾਂ ਨੂੰ ਰਿਜ਼ਰਵੇਸ਼ਨ ਦੇਖਣ ਨੂੰ ਮਿਲਦੀ ਹੈ।
ਵਿਮਨ ਨੂੰ ਰਿਜ਼ਰਵੇਸ਼ਨ ਅਗੇਨ ਉਹੀ 1/3 ਰਿਜ਼ਰਵੇਸ਼ਨ ਜਿਵੇਂ ਪਹਿਲਾਂ ਸੀਗੀ 1/3 ਰਿਜ਼ਰਵੇਸ਼ਨ ਹੈ ਤਾਂ ਤਕਰੀਬਨ ਕੋਈ 49 ਜਿਹੜੀਆਂ ਹੈ ਵਿਮਨ ਨੂੰ ਵੀ ਹੈ ਨਾ ਰਿਜ਼ਰਵੇਸ਼ਨ ਦੇ ਅਕੋਰਡਿੰਗਲੀ ਦੇਖਣ ਨੂੰ ਮਿਲਦਾ ਹੈ ਕਿ ਵਿਮਨ ਨੂੰ ਵੀ 49 ਪੋਸਟਾਂ ਜਿਹੜੀਆਂ ਹੈ ਰਿਜ਼ਰਵ ਦੀ ਜਿਹੜੀ ਹੈ ਗੱਲ ਦੇਖਣ ਨੂੰ ਮਿਲਦੀ ਹੈ। ਅੱਗੇ ਆਪਾਂ ਦੇਖਦੇ ਹਾਂ ਪੇ ਸਕੇਲ ਬਾਰੇ ਕਿ ਕਿੰਨਾ ਤੁਹਾਨੂੰ ਪੈਸੇ ਮਿਲਣਗੇ ਹੈ ਨਾ ਵਾਂਸ ਤੁਸੀਂ ਸਿਲੈਕਸ਼ਨ ਹੋ ਜੂਗੀ ਤੁਹਾਡੀ ਇਸ ਅੱਛੀਆਂ ਪੋਸਟਾਂ ਦੇ ਵਿੱਚ ਤਾਂ ਸਬ ਇੰਸਪੈਕਟਰ ਦੀ ਜਿਹੜੀ ਪੇ ਸਕੇਲ ਹੈ ਉਹ 35,400 ਰੁਪਏ ਹੈ ਐਂਡ ਮਿਨੀਮਮ ਪੇ 35,400 ਰੁਪਏ ਹੈ ਫॉर 3 ਇਅਰ ਸੌਰੀ 3 ਸਾਲਾਂ ਲਈ ਫਰੋਮ ਦ ਡੇਟ ਆਫ ਜੁਆਇਨਿੰਗ ਇਨ ਦ ਸਰਵਿਸ ਕਿਉਂਕਿ ਜਿਹੜਾ ਲੇਟੈਸਟ ਪੇ ਸਕੇਲ ਹੈ ਉਹੀ ਜਿਹੜਾ ਹੈ ਐਪਲੀਕੇਬਲ ਹੋਏਗਾ। ਅਗਰ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਆਪਾਂ ਐਲੀਜੀਬਿਲਟੀ ਦੇ ਵਿੱਚ ਏਜ ਦੀ ਗੱਲ ਕਰਦੇ ਹਾਂ। ਏਜ ਦੀ ਅਗਰ ਆਪਾਂ ਗੱਲ ਕਰੀਏ ਤਾਂ ਤੁਸੀਂ ਅਗਰ ਧਿਆਨ ਨਾਲ ਦੇਖੋ ਤਾਂ ਮਿਨੀਮਮ ਏਜ ਜਿਹੜੀ ਤੁਹਾਨੂੰ ਚਾਹੀਦੀ ਹੈ ਇਹਨਾਂ ਪੋਸਟਾਂ ਲਈ ਇਹ 18 ਸਾਲ ਹੈ ਯਾਨੀ ਕਿ 18 ਇਅਰਸ ਅਗਰ ਤੁਹਾਡੀ ਹੈਗੀ ਹੈ ਤਾਂ ਤੁਸੀਂ ਪੋਸਟਾਂ ਲਈ ਐਲੀਜੀਬਲ ਹੋ। ਨਾਲ ਨਾਲ ਮੈਕਸਿਮਮ ਏਜ ਵੀ ਤੁਹਾਡੇ ਦੇ ਰੱਖੀ ਹੈ 28 ਸਾਲ ਯਾਨੀ ਕਿ 28 ਸਾਲ ਤੋਂ ਵੱਧ ਉਮਰ ਵਾਲੇ ਲੋਕ ਇਹਦੇ ਵਿੱਚ ਐਲੀਜੀਬਲ ਨਹੀਂ ਹੋਣਗੇ ਜਨਰਲ ਕੈਟਾਗਰੀ ਦੇ। ਲੇਕਿਨ ਕੁਝ ਕੰਡੀਸ਼ਨਸ ਦੇ ਵਿੱਚ ਏਜ ਰਿਲੈਕਸੇਸ਼ਨ ਦੇ ਰੱਖੀ ਹੈ। ਫੋਰ ਐਗਜ਼ਾਮਪਲ ਅਗਰ ਤੁਸੀਂ ਐਸਸੀ ਜਾਂ ਫਿਰ ਬੈਕਵਰਡ ਕਲਾਸ ਚ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ 5 ਇਅਰਸ ਦੀ ਜਿਹੜੀ ਹੈ ਏਜ ਰਿਲੈਕਸੇਸ਼ਨ ਹੈ ਮਤਲਬ 28 ਸਾਲ ਦੀ ਜਗ੍ਹਾ ਤੁਸੀਂ 33 ਇਅਰਸ ਤੱਕ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਐਕਸ ਸਰਵਿਸਮੈਨ ਜਿਹੜੇ ਮਿਲਟਰੀ ਦੇ ਵਿੱਚ ਕੰਮ ਕਰਕੇ ਉੱਥੋਂ ਦੀ ਰਿਜ਼ਾਈਨ ਕਰ ਚੁੱਕੇ ਆ ਜਾਂ ਉੱਥੋਂ ਦੀ ਉਹਨਾਂ ਦੀ ਸਰਵਿਸ ਖਤਮ ਹੋ ਚੁੱਕੀ ਹੈ ਉਹਨਾਂ ਨੂੰ ਵੀ ਏਜ ਰਿਲੈਕਸੇਸ਼ਨ ਮਿਲ ਰਹੀ ਹੈ। ਨਾਲ ਨਾਲ ਜਿਹੜੇ ਗਵਰਨਮੈਂਟ EMPLOYEES ਹੈਗੇ ਆ ਨਾ ਸਰਕਾਰ ਦੇ ਪੰਜਾਬ ਸਰਕਾਰ ਦੇ EMPLOYEES ਹੈਗੇ ਆ ਇਹਨਾਂ ਨੂੰ ਵੀ 5 ਸਾਲ ਦੀ ਰਿਲੈਕਸੇਸ਼ਨ ਦਿੱਤੀ ਗਈ ਹੈ ਮਤਲਬ ਇਹਨਾਂ ਨੂੰ ਵੀ 33 ਇਅਰਸ ਤੱਕ ਇਹ ਵੀ ਇਹਨਾਂ ਪੋਸਟਾਂ ਲਈ ਅਪਲਾਈ ਜੋ ਹੈ ਕਰ ਸਕਦੇ ਹੈ। ਤਾਂ ਪਲੀਜ਼ ਮੇਕ ਸ਼ੋਰ ਕਿ ਤੁਸੀਂ ਇਸ ਚੀਜ਼ ਨੂੰ ਜੋ ਹੈ ਧਿਆਨ ਰੱਖਦੇ ਹੋ। ਇਸ ਤੋਂ ਇਲਾਵਾ ਅਗਰ ਐਜੂਕੇਸ਼ਨ ਕੁਆਲੀਫਿਕੇਸ਼ਨ ਤੇ ਫਿਜ਼ੀਕਲ ਸਟੈਂਡਰਡ ਦੀ ਗੱਲ ਕਰੀਏ ਆਪਾਂ ਤਾਂ ਡਿਸਟ੍ਰਿਕਟ ਕਾਡਰ ਦੇ ਵਿੱਚ ਤੇ ਆਰਮਡ ਪੁਲਿਸ ਕਾਡਰ 'ਚ ਜਿਹੜੀ ਸਬ ਇੰਸਪੈਕਟਰ ਦੀ ਪੋਸਟਾਂ ਹੈਗੀਆਂ ਇਹਦੇ ਵਿੱਚ ਬਿਲਕੁਲ ਸਿੰਪਲ ਲੈਂਗੁਏਜ 'ਚ ਲਿਖਿਆ ਹੈ ਕਿ ਕੈਂਡੀਡੇਟ ਜਿਹੜਾ ਹੈ ਉਹ ਗ੍ਰੈਜੂਏਟ ਹੋਣਾ ਬਹੁਤ ਜ਼ਰੂਰੀ ਹੈ। ਬਸ ਗ੍ਰੈਜੂਏਸ਼ਨ ਇਜ਼ ਦੀ ਐਲੀਜੀਬਿਲਟੀ ਕੰਡੀਸ਼ਨ। ਇਹ ਕਿਤੇ ਕੁਝ ਨਹੀਂ ਲਿਖਿਆ ਕਿ ਕਿਹੜੀ ਫੀਲਡ 'ਚ ਗ੍ਰੈਜੂਏਸ਼ਨ ਚਾਹੀਦੀ ਹੈ। ਹਰ ਫੀਲਡ ਦਾ ਗ੍ਰੈਜੂਏਟ ਕੈਂਡੀਡੇਟ ਜਿਹੜਾ ਹੈ ਉਹ ਇਹਨਾਂ ਪੋਸਟਾਂ ਲਈ ਬੇਟਾ ਐਲੀਜੀਬਲ ਹੈਗਾ ਹੈ ਨਾ ਇਹਨਾਂ ਪੋਸਟਾਂ ਲਈ ਐਲੀਜੀਬਲ ਹੈਗਾ। ਇਸ ਤੋਂ ਇਲਾਵਾ ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ ਕਿ ਤੁਸੀਂ 10ਵੀਂ ਕਲਾਸ ਦੇ ਵਿੱਚ ਜਾਂ ਤਾਂ ਪੰਜਾਬੀ ਕੀਤੀ ਹੋਵੇ ਜਾਂ ਫਿਰ ਪੰਜਾਬੀ ਲੈਂਗੁਏਜ ਦੇ ਵਿੱਚ ਇੱਕ ਇਕੁਇਲੈਂਟ ਐਗਜ਼ਾਮ ਹੁੰਦਾ ਹੈ ਜੋ ਤੁਸੀਂ ਕੰਪਲੀਟ ਕੀਤਾ ਹੋਵੇ। ਤਾਂ ਇਹ ਬੇਸਿਕਲੀ ਦੋਨੋਂ ਚੀਜ਼ਾਂ ਬੜੀ ਜ਼ਰੂਰੀ ਹੈ। ਹੁਣ ਇਸ ਤੋਂ ਇਲਾਵਾ ਬਹੁਤ ਇੰਪੋਰਟੈਂਟ ਹੈ ਕਿ ਤੁਹਾਡੀ ਹਾਈਟ ਵੀ ਇੱਕ ਐਲੀਜੀਬਿਲਟੀ ਕੰਡੀਸ਼ਨ ਬਣਦੀ ਹੈ ਕਿਉਂਕਿ ਪੁਲਿਸ 'ਚ ਜਾਣਾ ਹੈ ਤਾਂ ਹਾਈਟ ਤਾਂ ਡੈਫੀਨੇਟਲੀ ਚਾਹੀਦੀ ਹੈ। ਤਾਂ ਅਗਰ ਆਪਾਂ ਮੇਲ ਦੀ ਗੱਲ ਕਰੀਏ ਤਾਂ ਮੇਲ ਨੂੰ ਮਿਨੀਮਮ 5 ਫੁੱਟ 7 ਇੰਚ ਦਾ ਹੋਣਾ ਪਏਗਾ ਐਂਡ ਔਰਤ ਨੂੰ ਫੀਮੇਲ ਨੂੰ ਗਰਲਸ ਨੂੰ 5 ਫੁੱਟ 2 ਇੰਚਸ ਦਾ ਮਿਨੀਮਮ ਕੰਡੀਸ਼ਨ ਜਿਹੜੀ ਹੈ ਲਗਾਈ ਗਈ ਹੈ। ਤਾਂ 5 ਫੀਟ 7 ਇੰਚ ਅਗਰ ਮੇਲ ਦੀ ਹੈ ਤਾਂ ਉਸ ਤੋਂ ਨੀਚੇ ਵਾਲੇ ਜਿਹੜੇ ਮੇਲ ਹੈ ਨਾ ਉਹ ਵਿਚਾਰੇ ਇਨਐਲੀਜੀਬਲ ਹੋ ਜਾਣਗੇ ਲੇਕਿਨ ਉਸ ਤੋਂ ਉੱਪਰ ਵਾਲੇ ਐਲੀਜੀਬਲ ਹੈਗੇ। ਤਾਂ ਪਲੀਜ਼ ਚੈੱਕ ਕਰ ਲਿਓ ਕਿ ਤੁਹਾਡੀ ਹਾਈਟ ਜਿਹੜੀ ਹੈ ਉਹ ਇਹਨਾਂ ਐਲੀਜੀਬਿਲਟੀ ਕੰਡੀਸ਼ਨਸ ਨੂੰ ਅਪਲਾਈ ਕਰ ਰਹੀ ਹੈ ਕਿ ਨਹੀਂ ਕਰ ਰਹੀ। ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਆਪਾਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਹ ਸਿਲੈਕਸ਼ਨ ਪ੍ਰੋਸੈਸ 3 ਸਟੇजेस 'ਚ ਹੋਊਗਾ। ਤਾਂ ਸਟੇਜ 1 ਜਿਹੜਾ ਹੋਊਗਾ ਉਹਦੇ ਵਿੱਚ ਬੇਸਿਕਲੀ ਪੇਪਰ ਹੋਊਗਾ। ਪੇਪਰ ਤੁਸੀਂ ਕਲੀਅਰ ਕਰੋਗੇ ਤਾਂ ਤੁਸੀਂ ਸਟੇਜ 2 ਦੇ ਵਿੱਚ ਪਹੁੰਚੋਗੇ। ਸਟੇਜ 2 ਦੇ ਵਿੱਚ ਤੁਹਾਡਾ ਫਿਜ਼ੀਕਲ ਟੈਸਟ ਹੋਊਗਾ ਤੇ ਫਿਜ਼ੀਕਲ ਮੈਜਰਮੈਂਟ ਟੈਸਟ ਹੋਊਗਾ ਮਤਲਬ ਮੈਜਰਮੈਂਟ ਟੈਸਟ ਉਹ ਹਾਈਟ ਦਾ ਹੀ ਟੈਸਟ ਹੋਊਗਾ ਜਿਹੜਾ ਪਹਿਲਾਂ ਤੁਹਾਨੂੰ ਦੱਸਿਆ ਐਂਡ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਵਿੱਚ ਤੁਹਾਨੂੰ ਕੋਈ ਫਿਜ਼ੀਕਲ ਐਕਟੀਵਿਟੀਜ਼ ਕਰਨੀਆਂ ਪੈਣਗੀਆਂ ਐਂਡ ਉਸ ਤੋਂ ਬਾਅਦ ਜਾ ਕੇ ਤੁਹਾਡੀ ਡਾਕੂਮੈਂਟੇਸ਼ਨ ਦੀ ਸਕਰੂਟਨੀ ਹੋਊਗੀ। ਇਹ ਤਿੰਨੋਂ ਸਟੇजेस ਕਲੀਅਰ ਕਰਨ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਇਹਨਾਂ ਪੋਸਟਾਂ ਦੇ ਵਿੱਚ ਹੋਣ ਦੇ ਚਾਂਸਸ ਵੱਧ ਜਾਣਗੇ। ਸੋ 3 ਸਟੇजेस ਹੈਗੀਆਂ। ਮੈਂ ਪਹਿਲੀ ਸਟੇਜ ਦੀ ਗੱਲ ਕਰਾਂ ਤਾਂ ਪਹਿਲੀ ਸਟੇਜ ਜਿਹੜੀ ਹੋਊਗੀ ਇਹ ਟੋਟਲ ਕੰਪਿਊਟਰ ਬੇਸਡ ਟੈਸਟ ਹੋਊਗਾ। ਸੋ ਇਹ ਬਹੁਤ ਅੱਛੀ ਗੱਲ ਹੈ ਕਿ ਹੁਣ ਇਹ ਕੰਪਿਊਟਰ ਰਾਹੀਂ ਤੁਹਾਡੇ ਟੈਸਟ ਕੀਤੇ ਜਾਣਗੇ ਰਾਦਰ ਦੈਨ ਤੁਹਾਨੂੰ ਫਿਜ਼ੀਕਲ ਫਾਰਮੈਟ ਦਾ ਟੈਸਟ ਆਣਾ ਕੰਪਿਊਟਰ ਦੇ ਉੱਪਰ ਤੁਹਾਡਾ ਟੈਸਟ ਜਿਹੜਾ ਹੈ ਇਹ ਕੀਤਾ ਜਾਏਗਾ। ਤਾਂ ਕੰਪਿਊਟਰ ਬੇਸਡ ਟੈਸਟ ਹੋਏਗਾ ਐਂਡ ਜਿਹੜੀ ਸਟੇਜ 1 ਹੋਏਗੀ ਇਹਦੇ ਵਿੱਚ 3 ਪੇਪਰ ਹੋਣਗੇ। ਪੇਪਰ 1 ਪੇਪਰ 2 ਐਂਡ ਪੇਪਰ 3 ਕਾਫੀ ਜ਼ਿਆਦਾ ਇੰਪੋਰਟੈਂਟ ਹੈ ਸਰ। ਪੇਪਰ 1 ਦੇ ਪੇਪਰ 2 ਜਿਹੜੇ ਹੈ ਦੋਨੋਂ ਮੈਰਿਟ ਬੇਸਡ ਪੇਪਰ ਹੋਣਗੇ ਮਤਲਬ ਇਹਨਾਂ ਦੇ ਨੰਬਰ ਜੁੜਨਗੇ ਫਾਈਨਲ ਤੁਹਾਡੀ ਮੈਰਿਟ ਦੀ ਡੈਫੀਨੇਸ਼ਨ ਦੇ ਵਿੱਚ। ਲੇਕਿਨ ਪੇਪਰ 3 ਜਿਹੜਾ ਹੈ ਉਹ ਕੁਆਲੀਫਾਈਂਗ ਹੋਊਗਾ। ਕੁਆਲੀਫਾਈਂਗ ਦਾ ਮਤਲਬ ਹੈ ਕਿ ਇਹਦੇ ਵਿੱਚ ਮੈਰਿਟ ਨਹੀਂ ਡਿਸਾਈਡ ਹੋਏਗੀ ਲੇਕਿਨ ਡੈਫੀਨੇਟਲੀ ਇਹ ਡਿਸਾਈਡ ਹੋਊਗਾ ਕਿ ਵੈਦਰ ਤੁਸੀਂ ਕੁਆਲੀਫਾਈ ਅੱਗੇ ਕਰ ਪਾ ਰਹੇ ਹੋ ਕਿ ਨਹੀਂ ਕਰ ਪਾ ਰਹੇ।
ਪੇਪਰ 1 ਤੇ ਪੇਪਰ 2 ਦੀ ਡਿਸਕਸ਼ਨ ਮੈਂ ਬਾਅਦ ਚ ਕਰਦਾ, ਪਹਿਲਾਂ ਮੈਂ ਪੇਪਰ 3 ਦੀ ਡਿਸਕਸ਼ਨ ਕਰ ਲਾਂ, ਜਿਹੜੀ ਕੁਆਲੀਫਾਈਂਗ ਇਨ ਨੇਚਰ ਹੋਈ। ਉਹਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬੀ ਲੈਂਗੁਏਜ ਦੇ ਉੱਪਰ ਤੁਹਾਡੇ ਤੋਂ ਸਵਾਲ ਪੁੱਛੇ ਜਾਣਗੇ, ਜੋ 10th ਸਟੈਂਡਰਡ ਦੀ ਪੰਜਾਬੀ ਲੈਂਗੁਏਜ ਹੋਏਗੀ। ਐਂਡ ਅਗਰ ਤੁਸੀਂ ਇਹਨਾਂ ਸਵਾਲਾਂ ਦੇ ਵਿੱਚੋਂ 50% ਮਾਰਕਸ ਤੁਹਾਨੂੰ ਕੁਆਲੀਫਾਈ ਕਰਨੇ ਪੈਣਗੇ। ਅਗਰ ਤੁਸੀਂ 50% ਮਾਰਕਸ ਕੁਆਲੀਫਾਈ ਕਰ ਲੈਂਦੇ ਹੋ ਤਾਂ ਤੁਸੀਂ ਜੋ ਹੈ ਪੇਪਰ ਐਲੀਜੀਬਲ ਕਰ ਲਓਗੇ, ਐਂਡ ਫਿਰ ਤੁਹਾਡੇ ਬਾਕੀ ਪੇਪਰ ਜਿਹੜੇ ਆ ਚੈੱਕ ਹੋਣਗੇ। ਲੇਕਿਨ ਅਗਰ ਤੁਸੀਂ 50 ਤੋਂ ਵੱਧ ਜਿੰਨੇ ਮਰਜ਼ੀ ਲੈ ਜਾਓ, ਇਟ ਡਜ਼ਨਟ ਮੈਟਰ, ਬਿਕੋਜ਼ ਇਸ ਐਗਜ਼ਾਮ ਦੀ ਮੈਰਿਟ ਫਾਈਨਲ ਮੈਰਿਟ 'ਚ ਕੈਲਕੂਲੇਸ਼ਨ ਨਹੀਂ ਹੋਏਗੀ। ਜਿਹੜੀ ਫਾਈਨਲ ਮੈਰਿਟ 'ਚ ਕੈਲਕੂਲੇਸ਼ਨ ਹੋਏਗੀ ਉਹ ਪੇਪਰ 1 ਤੇ ਪੇਪਰ 2 ਦੀ ਹੋਏਗੀ। ਹੁਣ ਪੇਪਰ 1 ਦੀ ਅਗਰ ਮੈਂ ਗੱਲ ਕਰਾਂ ਤਾਂ ਪੇਪਰ 1 ਦੇ ਵਿੱਚ ਕੋਈ 100 ਕੁਐਸਚਨ ਹੋਣਗੇ, ਐਂਡ ਹਰ ਕੁਐਸਚਨ ਦੇ 4 ਨੰਬਰ ਹੋਣਗੇ। ਸੋ 400 ਨੰਬਰ ਦਾ ਪੇਪਰ 1 ਹੋਏਗਾ, ਐਂਡ ਸਿਮਿਲਰਲੀ ਪੇਪਰ 2 ਦੇ ਵਿੱਚ ਵੀ 100 ਕੁਐਸਚਨ ਹੋਣਗੇ, ਐਂਡ 100 ਕੁਐਸਚਨਾਂ ਦੇ ਵਿੱਚੋਂ 4 ਨੰਬਰ ਜਿਹੜੇ ਹੈ ਹਰ ਕੁਐਸਚਨ ਦੇ ਹੋਣਗੇ, ਯਾਨੀ ਕਿ ਪੇਪਰ 2 ਵੀ 400 ਨੰਬਰ ਦਾ ਹੋਏਗਾ। ਪੇਪਰ 1 ਦੇ ਵਿੱਚ ਅਗਰ ਮੈਂ ਤੁਹਾਨੂੰ ਗੱਲ ਦੱਸਾਂ ਤਾਂ ਇਹ ਜਿਹੜੇ 100 ਕੁਐਸਚਨ ਹੋਣਗੇ, ਇਹ 100 ਕੁਐਸਚਨ ਕਿਵੇਂ ਡਿਵਾਈਡਡ ਹੋਣਗੇ? 50 ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਜਨਰਲ ਨੌਲੇਜ ਤੋਂ, ਯਾਨੀ ਕਿ ਕਨਸਟੀਟਿਊਸ਼ਨ ਆਫ ਇੰਡੀਆ, ਇੰਡੀਅਨ ਇਕਨੋਮੀ, ਕਰੰਟ ਅਫੇਅਰਸ, ਐਥਿਕਸ, ਇਹ ਸਾਰੀ ਚੀਜ਼ਾਂ ਤੋਂ, ਕਲਚਰ ਆਫ ਇੰਡੀਆ, ਪੰਜਾਬ, ਜੀਓਗ੍ਰਾਫੀ, ਇਕਨੋਮੀ ਤੋਂ 50 ਕੁਐਸਚਨ ਤੁਹਾਨੂੰ ਜਨਰਲ ਅਵੇਅਰਨੈਸ ਦੇ ਆਣਗੇ, ਮਤਲਬ ਇਕਨੋਮੀ ਦੇ ਆਣਗੇ। ਇਸ ਤੋਂ ਇਲਾਵਾ 30 ਕੁਐਸਚਨ ਤੁਹਾਨੂੰ ਕੁਆਂਟੀਟੇਟਿਵ ਐਪਟੀਟਿਊਡ ਦੇ ਆਣਗੇ, ਯਾਨੀ ਕਿ ਮੈਥਸ ਦੇ ਸਵਾਲਾਂ ਤੋਂ ਤੁਹਾਨੂੰ 30 ਕੁਐਸਚਨ ਪੁੱਛੇ ਜਾਣਗੇ, ਐਂਡ ਫਾਈਨਲੀ ਪੰਜਾਬੀ ਲੈਂਗੁਏਜ ਤੋਂ ਤੁਹਾਨੂੰ 20 ਕੁਐਸਚਨ ਜਿਹੜੇ ਆ ਪੁੱਛੇ ਜਾਣਗੇ। ਤੋਂ ਪੇਪਰ 1 ਦੇ ਵਿੱਚੋਂ ਮਾਰਕਸ ਆਉਣ ਤੋਂ ਬਾਅਦ ਤੁਹਾਡਾ ਪੇਪਰ 2 ਹੋਏਗਾ। ਪੇਪਰ 2 ਦੇ ਵਿੱਚ ਰੀਜ਼ਨਿੰਗ, ਡਿਜੀਟਲ ਲਿਟਰੇਸੀ ਐਂਡ ਕੰਪਿਊਟਰ ਅਵੇਅਰਨੈਸ, ਮਤਲਬ ਇੱਥੇ ਤੁਹਾਨੂੰ ਕੰਪਿਊਟਰ ਦੀ ਅਵੇਅਰਨੈਸ ਦੇ ਰਿਗਾਰਡਿੰਗ ਕਿ ਬਈ ਮਾਈਕਰੋਸਾਫਟ ਐਕਸਲ ਕਿਵੇਂ ਚੱਲਦਾ ਹੈ, ਵਰਡ ਕਿਵੇਂ ਚੱਲਦਾ ਹੈ, ਇੰਟਰਨੈਟ ਦੀ ਕੀ ਇੰਪੋਰਟੈਂਸ ਹੈ, ਸਾਈਬਰ ਸਿਕਿਉਰਿਟੀ ਕੀ ਹੈ, ਮੈਸੇਜਿੰਗ ਐਪਲੀਕੇਸ਼ਨਸ ਕੀ ਹੈ, ਉਹਦੇ ਤੋਂ 30 ਕੁਐਸਚਨ ਤੁਹਾਨੂੰ ਪੁੱਛੇ ਜਾਣਗੇ। ਐਂਡ ਫਾਈਨਲੀ ਇੰਗਲਿਸ਼ ਲੈਂਗੁਏਜ ਸਕਿੱਲਸ ਤੋਂ ਵੀ ਤੁਹਾਨੂੰ 20 ਕੁਐਸਚਨ ਪੁੱਛੇ ਜਾਣਗੇ। ਮਤਲਬ ਪਹਿਲੇ ਪੇਪਰ ਦੇ ਵਿੱਚ ਪੰਜਾਬੀ ਲੈਂਗੁਏਜ ਸਕਿੱਲ ਚੈੱਕ ਹੋਏਗੀ, ਐਂਡ ਦੂਜੇ ਪੇਪਰ ਦੇ ਵਿੱਚ ਇੰਗਲਿਸ਼ ਲੈਂਗੁਏਜ ਸਕਿੱਲ ਜਿਹੜੀ ਹੈ ਚੈੱਕ ਹੋਏਗੀ। ਐਂਡ ਇਵੈਂਚੁਅਲੀ ਇਹ ਦੋਨੋਂ ਪੇਪਰ ਕਲੀਅਰ ਕਰਨ ਤੋਂ ਬਾਅਦ ਤੁਸੀਂ ਥਰਡ ਪੇਪਰ 'ਚ ਬੈਠੋਗੇ, ਐਂਡ ਥਰਡ ਪੇਪਰ 'ਚ 50 ਕੁਐਸਚਨਸ ਹੋਣਗੇ, ਹਰ ਕੁਐਸਚਨ ਦਾ 1 ਨੰਬਰ ਹੋਏਗਾ, ਲੇਕਿਨ ਤੁਹਾਨੂੰ ਮਿਨੀਮਮ 50% ਨੰਬਰ ਇਹਨਾਂ ਕੁਐਸਚਨਸ 'ਚੋਂ ਲੈਣੇ ਜ਼ਰੂਰੀ ਹੈ ਅਗਰ ਤੁਸੀਂ ਕੁਆਲੀਫਾਈ ਜੋ ਹੈ ਕਰਨਾ ਚਾਹੁੰਦੇ ਹੋ। ਸੋ ਇਹ ਬੜਾ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅਗਰ ਮੈਂ ਨੈਗੇਟਿਵ ਮਾਰਕਿੰਗ ਦੀ ਗੱਲ ਕਰਾਂ ਤਾਂ ਨੈਗੇਟਿਵ ਮਾਰਕਿੰਗ ਵੀ ਹੋਊਗੀ, ਐਂਡ ਨੈਗੇਟਿਵ ਮਾਰਕਿੰਗ ਜਿਹੜੀ ਪੇਪਰ 1 ਤੇ ਪੇਪਰ 2 ਦੇ ਵਿੱਚ ਹੋਏਗੀ, ਉਹ 25% ਆਫ ਦਾ ਮਾਰਕਸ ਅਸਾਈਨਡ ਹੋ, ਮਤਲਬ 4 ਨੰਬਰ ਦਾ, ਜਿਵੇਂ ਮੈਂ ਦੱਸਿਆ ਇੱਕ ਪੇਪਰ ਇੱਕ ਸੀਗਾ, ਤਾਂ 4 ਨੰਬਰ ਦਾ 25% 1 ਹੋ ਜਾਂਦਾ, ਯਾਨੀ ਕਿ 1 ਨੰਬਰ ਦੀ ਨੈਗੇਟਿਵ ਮਾਰਕਿੰਗ ਹੋਏਗੀ। ਲੇਕਿਨ ਪੇਪਰ 3 ਜਿਹੜਾ ਤੁਹਾਨੂੰ ਪਤਾ ਹੈ ਕਿ ਮੈਂਡੇਟਰੀ ਕੁਆਲੀਫਾਈ ਕਰਨਾ, ਜਿਹਦੇ 'ਚ 50% ਨੰਬਰ ਤੁਹਾਨੂੰ ਲੈਣੇ ਪੈਣਗੇ, ਪੰਜਾਬੀ ਦਾ ਪੇਪਰ ਹੋਊਗਾ, ਉਹਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ। ਸੋ ਜ਼ੀਰੋ ਨੈਗੇਟਿਵ ਮਾਰਕਿੰਗ ਹੈਗੀ ਹੈ ਉਸ ਪਾਰਟਿਕੂਲਰ ਪੇਪਰ ਦੇ ਵਿੱਚ। ਅਗਰ ਮੈਂ ਨਾਰਮਲਾਈਜੇਸ਼ਨ ਦੀ ਗੱਲ ਕਰਾਂ, ਦੇਖੋ ਬਹੁਤ ਹੈ ਨਾ, ਬੱਚੇ ਪੇਪਰ ਲਈ ਅਪੀਅਰ ਕਰਨਗੇ, ਡਿਫਰੈਂਟ ਟਾਈਮਸ ਤੇ ਟੈਸਟ ਹੋਣਗੇ, ਡਿਫਰੈਂਟ ਪੇਪਰਸ ਆਣਗੇ, ਤਾਂ ਅਲਟੀਮੇਟਲੀ ਹਰੇਕ ਨੂੰ ਸਿਮਿਲਰ ਜਿਹਾ ਪੇਪਰ ਨਹੀਂ ਮਿਲੂਗਾ। ਕਿਸੇ ਨੂੰ ਔਖਾ ਵੀ ਮਿਲ ਸਕਦਾ ਹੈ, ਕਿਸੇ ਨੂੰ ਪੇਪਰ ਸੌਖਾ ਵੀ ਮਿਲ ਸਕਦਾ ਹੈ। ਤਾਂ ਡੈਫੀਨੇਟਲੀ ਇਸ ਚੀਜ਼ ਨੂੰ ਠੀਕ ਕਰਨ ਵਾਸਤੇ ਨਾਰਮਲਾਈਜੇਸ਼ਨ ਕਰਨੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਜੂਗੀ। ਨਾਰਮਲਾਈਜੇਸ਼ਨ ਉਹਨਾਂ ਪੇਪਰਸ 'ਚ ਕਰਨ ਦੀ ਲੋੜ ਨਹੀਂ ਹੁੰਦੀ ਜਿੱਥੇ ਇੱਕੋ ਹੀ ਟਾਈਪ ਦਾ ਪੇਪਰ ਹਰੇਕ ਨੂੰ ਮਿਲਦਾ ਹੈ, ਲੇਕਿਨ ਇੱਥੇ ਡਿਫਰੈਂਟ ਟਾਈਮਸ ਤੇ ਪੇਪਰ ਹੋਣਗੇ, ਡਿਫਰੈਂਟ ਸ਼ਿਫਟਸ 'ਚ ਪੇਪਰ ਹੋਣਗੇ, ਕਿਸੇ ਦਾ ਪੇਪਰ ਡਿਫਿਕਲਟ ਆ ਸਕਦਾ ਹੈ, ਕਿਸੇ ਦਾ ਪੇਪਰ ਈਜ਼ੀ ਆ ਸਕਦਾ ਹੈ। ਤਾਂ ਫਾਈਨਲੀ ਪੰਜਾਬ ਪੁਲਿਸ ਨਾਰਮਲਾਈਜੇਸ਼ਨ ਲਈ ਫਾਰਮੂਲਾ ਲੈ ਕੇ ਆਈ ਹੈ, ਜਿਹੜਾ ਫਾਰਮੂਲਾ ਯੂਜ਼ ਕੀਤਾ ਜਾਊਗਾ ਮੀਨ ਸਟੈਂਡਰਡ ਡੀਵੀਏਸ਼ਨ ਦਾ ਫਾਰਮੂਲਾ ਹੁੰਦਾ ਹੈ, ਉਹਦੇ ਬੇਸਿਸ ਤੇ ਨਾਰਮਲਾਈਜੇਸ਼ਨ ਵੀ ਕੀਤੀ ਜਾਊਗੀ। ਸੋ ਡੋਂਟ ਵਰੀ ਕਿ ਬਈ ਮੈਨੂੰ ਆਹ ਸ਼ਿਫਟ 'ਚ ਪੇਪਰ ਔਖਾ ਆ ਗਿਆ ਜਾਂ ਸਵੇਰੇ ਵਾਲੀ ਸ਼ਿਫਟ 'ਚ ਪੇਪਰ ਸੌਖਾ ਆ ਗਿਆ, ਲੇਕਿਨ ਤੁਹਾਡੀ ਫਾਈਨਲੀ ਜਾ ਕੇ ਨਾਰਮਲਾਈਜੇਸ਼ਨ ਵੀ ਕੀਤੀ ਜੋ ਹੈ ਜਾਏਗੀ। ਮਿਨੀਮਮ ਮਾਰਕਸ, ਹਾਂ ਇਹ ਬੜਾ ਜ਼ਰੂਰੀ ਹੈ ਕਿ ਮਿਨੀਮਮ ਮਾਰਕਸ ਦੀ ਵੀ ਕ੍ਰਾਈਟੇਰੀਆ ਹੈਗਾ, ਯਾਨੀ ਕਿ ਕੁਝ ਇਦਾਂ ਦੇ ਮਿਨੀਮਮ ਮਾਰਕਸ ਹੈ ਕਿ ਜਿਵੇਂ ਪੇਪਰ 1 ਤੇ ਪੇਪਰ 2 ਦੇ ਵਿੱਚ ਤੁਹਾਨੂੰ ਐਟਲੀਸਟ ਇੰਨੇ 40% ਨੰਬਰ ਤਾਂ ਹੀ ਲੈਣੇ ਹੀ ਪੈਣਗੇ। ਯਾਨੀ ਕਿ ਸਪੋਜ਼ ਕਰੋ ਕਿ ਤੁਸੀਂ ਪੇਪਰ 1 'ਚ ਬਹੁਤ ਅੱਛਾ ਸਕੋਰ ਕਰ ਗਏ, ਐਂਡ ਪੇਪਰ 2 'ਚ 40% ਤੋਂ ਥੱਲੇ ਸਕੋਰ ਕੀਤਾ, ਫਿਰ ਵੀ ਤੁਸੀਂ ਮੈਰਿਟ 'ਚ ਨਹੀਂ ਆਓਗੇ, ਈਵਨ ਪੇਪਰ 1 ਦੇ ਬੇਸਿਸ ਦੇ ਉੱਪਰ। ਤਾਂ ਮਿਨੀਮਮ 40% ਮਾਰਕਸ ਤੁਹਾਨੂੰ ਲੈਣੇ ਹੀ ਪੈਣਗੇ, ਐਂਡ ਡੈਫੀਨੇਟਲੀ ਜਿਹੜਾ ਪੇਪਰ 3 ਹੋਊਗਾ ਉਹਦੇ ਵਿੱਚ ਤਾਂ ਤੁਹਾਨੂੰ 50% ਸਿਕਿਉਰਿਟੀ ਕਰਨੀ ਹੀ ਪਊਗੀ ਤਾਂ ਕਿ ਤੁਸੀਂ ਕੁਆਲੀਫਾਈ ਜੋ ਹੈ ਕਰ ਸਕੋ।
ਫਿਜ਼ੀਕਲ ਟੈਸਟ ਦੀ ਮੈਂ ਗੱਲ ਕਰਦਾ ਹਾਂ ਤਾਂ ਫਿਜ਼ੀਕਲ ਟੈਸਟ ਦੋ ਟਾਈਪ ਦੇ ਹੋਣਗੇ। ਮੈਜਰਮੈਂਟ ਦਾ ਟੈਸਟ ਹੋਊਗਾ ਪਹਿਲਾਂ, ਜਿਹਦੇ ਵਿੱਚ ਤੁਹਾਡੀ ਹਾਈਟ ਮੈਜਰ ਕੀਤੀ ਜਾਊਗੀ ਕਿ ਵੈਦਰ ਤੁਸੀਂ 5 ਫੁੱਟ 7 ਇੰਚ ਹੈਗੇ ਹੋ ਮੇਲ ਐਂਡ 5 ਫੁੱਟ 2 ਇੰਚ ਫੀਮੇਲ ਹੈਗੇ ਹੋ। ਐਂਡ ਇਸ ਤੋਂ ਬਾਅਦ ਤੁਹਾਡਾ ਸਕਰੀਨਿੰਗ ਟੈਸਟ ਹੋਊਗਾ। ਇਹ ਸਕਰੀਨਿੰਗ ਟੈਸਟ ਕੁਆਲੀਫਾਈਂਗ ਹੋਊਗਾ, ਤੁਹਾਨੂੰ ਕੁਝ ਫਿਜ਼ੀਕਲ ਐਕਟੀਵਿਟੀਜ਼ ਕਰਨੀਆਂ ਪੈਣਗੀਆਂ। ਅਗਰ ਤੁਸੀਂ ਉਹ ਅਚੀਵ ਕਰ ਲੈਂਦੇ ਹੋ ਤਾਂ ਤੁਸੀਂ ਕੁਆਲੀਫਾਈ ਕਰ ਜਾਓਗੇ। ਇਹਦੇ ਵਿੱਚ ਵੀ ਅੱਗੇ ਐਕਸ ਸਰਵਿਸ ਤੇ ਨਾਰਮਲ ਵਿਦਆਊਟ ਐਕਸ ਸਰਵਿਸ ਲਈ ਅਲੱਗ-ਅਲੱਗ ਕੰਡੀਸ਼ਨਸ ਹੈਗੀਆਂ। ਜਿਹੜੀਆਂ ਤਾਂ ਐਕਸ ਸਰਵਿਸ ਮੈਨੂੰ ਐਕਸਕਲੂਡ ਕਰ ਦੋ ਤਾਂ 1600 ਮੀਟਰ ਭੱਜਣਾ ਹੈਗਾ 7 ਮਿੰਟਾਂ ਦੇ ਅੰਦਰ। ਲੌਂਗ ਜੰਪ ਦੇ ਰੱਖੀ ਹੈ 3.65 ਮੀਟਰ, ਇਹਦੇ ਵਿੱਚ 3 ਚਾਂਸਸ ਮਿਲਣਗੇ। ਐਂਡ ਹਾਈ ਜੰਪ ਦੇ ਰੱਖੀ ਹੈ 1.1 ਮੀਟਰ, ਇਹਦੇ ਵਿੱਚ ਵੀ 3 ਚਾਂਸਸ ਮਿਲਣਗੇ। ਔਨ ਦੀ ਅਦਰ ਹੈਂਡ ਐਕਸ ਸਰਵਿਸ ਮੈਨੂੰ 1400 ਮੀਟਰ ਦੀ ਵਾਕ ਹੈ, ਜਿਹੜੀ ਉਹਨੂੰ 12 ਮਿੰਟ ਦੇ ਅੰਦਰ ਅੰਦਰ ਕੰਪਲੀਟ ਕਰਨੀ ਹੈ। ਐਂਡ ਦੈਨ ਉਸ ਤੋਂ ਬਾਅਦ ਉਹਦੇ 10 ਫੁੱਲ ਸਕੁਐਟਸ ਹੋਣਗੇ, ਜੋ 3 ਮਿੰਟਾਂ ਦੇ ਅੰਦਰ ਅੰਦਰ ਉਹ ਕੰਪਲੀਟ ਕਰਨੇ ਆ। ਤੋ ਅਲਟੀਮੇਟਲੀ ਮੇਲ ਕੈਂਡੀਡੇਟ ਤੇ ਜਿਹੜੇ ਐਕਸ ਸਰਵਿਸ ਮੇਲ ਕੈਂਡੀਡੇਟਸ ਹੈ ਉਹਨਾਂ ਲਈ ਡਿਫਰੈਂਟ ਹੋਏਗਾ ਐਂਡ ਫੀਮੇਲ ਲਈ ਡਿਫਰੈਂਟ ਹੋਏਗਾ। ਤਾਂ ਫੀਮੇਲ ਲਈ ਇਹੀ ਜਿਹੜੀ ਹੈ ਰਿਡਿਊਸ ਹੋ ਜੂਗੀ, ਇਨ 800 ਮੀਟਰ ਦੀ ਹੋ ਜੂਗੀ। ਤਾਂ ਉਹ ਦੋਨਾਂ ਲਈ ਡਿਫਰੈਂਟ ਡਿਫਰੈਂਟ ਇਹ ਚੀਜ਼ ਰਹੇਗੀ। ਸਪੋਜ਼ ਕਰੋ ਕਿ ਆਫਟਰ ਦ ਰਿਜ਼ਲਟ ਕਮਸ, ਉਦੋਂ ਬਾਅਦ ਤੁਹਾਡੇ ਮਾਰਕਸ ਬਰਾਬਰ ਆ ਜਾਂਦੇ ਆ, ਯਾਨੀ ਕਿ A ਕੈਂਡੀਡੇਟ ਦੇ ਮਾਰਕਸ B ਕੈਂਡੀਡੇਟ ਦੇ ਬਰਾਬਰ ਆ ਜਾਂਦੇ ਆ। ਉਹਨਾਂ ਕੇਸਿਸ ਦੇ ਵਿੱਚ ਇਹ ਦੇਖਿਆ ਜਾਊਗਾ ਕਿ ਕੈਂਡੀਡੇਟ ਜਿਹਦੀ ਉਮਰ ਜ਼ਿਆਦਾ ਹੈ ਉਹ ਹਾਇਰ ਪਲੇਸ ਕੀਤਾ ਜਾਊਗਾ ਮੈਰਿਟ ਲਿਸਟ ਦੇ ਵਿੱਚ। ਫਿਰ ਅਗਰ ਆਪਾਂ ਪੇਪਰ 1 ਤੇ 2 ਦੇ ਵਿੱਚ ਅਗਰ ਇਕੁਅਲ ਹੈ ਤੇ ਸੇਮ ਡੇਟ ਆਫ ਬਰਥ ਵੀ ਹੈ, ਯਾਨੀ ਕਿ ਅਗਰ ਬਰਥ ਵੀ ਉਹਨਾਂ ਦੀ ਇਕੁਅਲ ਹੋ ਗਈ ਹੈ, ਏਜ ਵੀ ਇਕੁਅਲ ਹੋ ਗਈ ਹੈ, ਤਾਂ ਇਹ ਦੇਖਿਆ ਜਾਊਗਾ ਕਿ ਪੇਪਰ 1 ਦੇ ਵਿੱਚ ਜਿਹਦੇ ਨੰਬਰ ਜ਼ਿਆਦਾ ਸੀਗੇ ਉਹ ਬੰਦੇ ਨੂੰ ਹਾਇਰ ਪਲੇਸ ਕੀਤਾ ਜਾਊਗਾ। ਐਂਡ ਅਗਰ ਸਪੋਜ਼ ਕਰੋ ਇਹ ਵੀ ਸਾਰਾ ਕੁਝ ਸੇਮ ਹੋ ਜਾਂਦਾ ਹੈ, तो फिर जिहदी क्वालिफिकेशन हायर होगी, यानी कि जिहदी डिग्री ज़्यादा होगी, ਉਹ ਬੇਸਿਕਲੀ ਉਹਨੂੰ ਹਾਇਰ ਰੈਂਕ ਕੀਤਾ ਜਾਊਗਾ। ਸੋ ਬੇਸਿਕਲੀ ਪਹਿਲਾਂ ਦੇਖਣਗੇ ਕਿ ਬਈ ਤੁਹਾਡੀ ਏਜ ਕਿਹਦੀ ਜ਼ਿਆਦਾ ਹੈਗੀ ਹੈ, ਦੂਜਾ ਦੇਖਣਗੇ ਕਿ ਪੇਪਰ 1 ਦੇ ਵਿੱਚ ਕਿਹਦੇ ਜ਼ਿਆਦਾ ਨੰਬਰ ਆਏ ਹੈ, ਐਂਡ ਤੀਜਾ ਦੇਖਣਗੇ ਕਿ ਬਈ ਤੁਹਾਡੀ ਕੁਆਲੀਫਿਕੇਸ਼ਨ ਜ਼ਿਆਦਾ ਹੈ ਕਿ ਨਹੀਂ ਹੈ। ਉਸ ਤੋਂ ਬਾਅਦ ਤੁਹਾਨੂੰ ਇਹ ਕਰ ਦਿੱਤਾ ਜਾਊਗਾ, ਕੋਈ ਵੀ ਵੇਟਿੰਗ ਲਿਸਟ ਜਿਹੜੀ ਹੈ ਉਹ ਨਹੀਂ ਪਬਲਿਸ਼ ਕੀਤੀ ਜਾਏਗੀ। एक क्वेश्चन बहुत बच्चे पूछते हैं कि सर फीस कितनी होएगी। देखो फीस बहुत ही सिंपल है कि जनरल कैटेगरी ਦੇ ਹੈਗੇ ਉਹ ਤਾਂ 800 ਰੁਪਏ ਐਪਲੀਕੇਸ਼ਨ ਫੀ ਹੈ, 800 ਰੁਪਏ ਐਗਜ਼ਾਮੀਨੇਸ਼ਨ ਫੀ ਹੈ। ਤਾਂ ਟੋਟਲ 1600 ਰੁਪਏ ਜਿਹੜੇ ਆ ਤੁਹਾਡੇ ਤੋਂ ਲਿੱਤੇ ਜਾਣਗੇ ਅਗਰ ਤੁਸੀਂ ਜਨਰਲ ਕੈਟਾਗਰੀ ਹੋ। ਐਂਡ ਅਗਰ ਕੋਈ ਰਿਜ਼ਰਵੇਸ਼ਨ ਹੈ ਤਾਂ ਤੁਹਾਨੂੰ ਫੀਸ ਦੇ ਵਿੱਚ ਉਦਾਂ ਹੀ ਡਿਸਕਾਊਂਟ ਜਿਹੜੇ ਹੈ ਮਿਲਣਗੇ। ਤਾਂ ਇਹ ਜ਼ਰੂਰ ਤੁਸੀਂ ਦੇਖਣਾ ਹੈਗਾ। ਤਾਂ ਆਈ ਹੋਪ ਤੁਹਾਨੂੰ ਇਹ ਪੂਰਾ है ना ਸੈਸ਼ਨ ਪਸੰਦ ਆਇਆ ਹੋਊਗਾ। ਅਗਰ ਤੁਹਾਨੂੰ ਸੈਸ਼ਨ ਪਸੰਦ ਆਇਆ ਹੈ ਤਾਂ ਮੈਂ ਪਲੀਜ਼ ਕਹੂੰਗਾ ਕਿ ਚੈਨਲ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਸ਼ੇਅਰ ਕਰ ਦਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਗਰੁੱਪਸ ਦੇ ਵਿੱਚ, ਤਾਂ ਕਿ ਬੱਚਿਆਂ ਨੂੰ ਕਲੈਰਿਟੀ ਹੋ ਜਾਏ ਕਿ ਪੇਪਰ ਦੇ ਵਿੱਚ ਕੀ ਆ ਰਿਹਾ ਹੈ, ਕੀ ਪੈਟਰਨ ਹੈ ਐਗਜ਼ਾਮ ਦਾ। ਐਂਡ ਅਗਰ ਤੁਸੀਂ ਐਗਜ਼ਾਮ ਦੀ ਇਸ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਐਂਡ ਸਾਡੇ ਬੈਚਸ ਦੇ ਵਿੱਚ ਐਨਰੋਲ ਕਰ ਸਕਦੇ ਹੋ। ਥੈਂਕ ਯੂ so much everybody. I hope you liked this video. Thank you and take care.